ਹੈਲੋ, ਨਵੇਂ ਸਮੈਸਟਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਤੁਸੀਂ ਫਾਈਨਲ ਈਅਰ ਦੇ ਵਿੱਚ ਆ ਗਏ ਹੁਣ। ਜਿੰਨੇ ਵੀ ਸਟੂਡੈਂਟ ਆ, ਚਾਹੇ ਉਹ ਸਿਵਲ ਦੇ ਆ, ਚਾਹੇ ਮਕੈਨੀਕਲ ਦੇ, ਚਾਹੇ ਇਲੈਕਟ੍ਰੀਕਲ ਦੇ ਆ, ਚਾਹੇ ਇਲੈਕਟ੍ਰੋਨਿਕਸ ਦੇ ਆ, ਚਾਹੇ ਕੰਪਿਊਟਰ ਦੇ ਆ, ਚਾਹੇ ਮਕੈਨੀਕਲ ਦੇ ਕੋਈ ਵੀ ਸਟੂਡੈਂਟ ਹੈਗੇ ਆ, ਉਹ ਸਾਰੇ ਆਪਣੇ ਆਪਣੇ ਰਿਸਪੈਕਟਿਵ ਫੀਲਡ ਦੇ ਸਬਜੈਕਟ ਸਾਰੇ ਤੁਸੀਂ ਪੜ੍ਹ ਕੇ ਆਉਂਦੇ ਆ। ਔਰ ਉਹ ਜਿਹੜੇ ਸਬਜੈਕਟ ਤੁਸੀਂ ਪੜ੍ਹਦੇ ਆ ਉਹਨਾਂ ਸਾਰਿਆਂ ਦੇ ਵਿੱਚ ਜੋ ਵੀ ਟੈਕਨੀਕਲ ਆਸਪੈਕਟ ਆ ਤੁਸੀਂ ਸਾਰੇ ਸਬਜੈਕਟਸ ਦੇ ਵਿੱਚ ਪੜ੍ਹਦੇ ਆ। ਲੇਕਿਨ ਫਿਰ ਵੀ ਕੋਈ ਨਾ ਕੋਈ ਇੱਥੇ ਕਮੀ ਇੱਕ ਨਜ਼ਰ ਆਉਂਦੀ ਪਈ ਆ ਕਿ ਆਪਾਂ ਮੈਨੇਜ ਕਿੱਦਾਂ ਕਰਨਾ, ਦੂਸਰੇ ਬੰਦਿਆਂ ਤੋਂ ਕੰਮ ਕਿੱਦਾਂ ਕਰਾਉਣਾ, ਜਿਹੜੇ ਤੁਹਾਡੇ ਅੰਡਰ ਕੰਮ ਕਰਦੇ ਆ ਉਹਨਾਂ ਤੋਂ ਆਪਣੇ ਕੰਮ ਕਿੱਦਾਂ ਲੈਣਾ। ਉਹਨਾਂ ਨੇ ਨਾ ਕੰਮ ਕਰਨ ਦੀ ਟੈਂਡੈਂਸੀ ਆ, ਉਹਨਾਂ ਨੇ ਬਹਾਨੇ ਵੀ ਕਰਨੇ ਆ, ਨਵੇਂ ਬਹਾਨੇ ਵੀ ਲਾਣੇ ਆ। ਸੋ ਫਿਰ ਵੀ ਈਵਨ ਦੈਨ ਔਡ ਸਰਕਮਸਟੈਂਸਿਸ ਦੇ ਵਿੱਚ ਵੀ ਤੁਸੀਂ ਉਹਨਾਂ ਤੋਂ ਕੰਮ ਲੈਣਾ, ਔਰ ਉਹ ਕੰਮ ਤੁਸੀਂ ਕਿਸ ਤਰ੍ਹਾਂ ਲੈਣਾ, ਉਹਦੇ ਲਈ ਆਪਾਂ ਜਿਹੜਾ ਸਬਜੈਕਟ ਹੈ ਬੇਸਿਕਸ ਆਫ ਮੈਨੇਜਮੈਂਟ, ਇਹਦੇ ਵਿੱਚ ਡਿਫਰੈਂਟ ਮੈਨੇਜਮੈਂਟ ਦੀਆਂ ਟੈਕਨੀਕਸ ਪੜ੍ਹਾਂਗੇ। ਸੋ ਮੈਨੇਜਮੈਂਟ ਕੀ ਆ? ਮੈਨੇਜਮੈਂਟ ਟੈਕਟਫੁਲੀ। ਸੋ ਮੈਨੇਜਮੈਂਟ ਬੇਸਿਕਲੀ ਮੈਨੇਜਮੈਂਟ ਇਜ਼ ਦੀ ਆਰਟ ਆਫ ਗੈਟਿੰਗ ਥਿੰਗਸ ਡਨ ਥਰੂ ਅਦਰਸ। ਦੂਸਰੇ ਬੰਦਿਆਂ ਤੋਂ ਕੰਮ ਕਿੱਦਾਂ ਲੈਣਾ, ਬਿਗਨਿੰਗ ਤੋਂ ਐਂਡ ਤੱਕ, ਟੌਪ ਲੈਵਲ ਟੂ ਬਾਟਮ ਲੈਵਲ ਤੱਕ ਹਰ ਇੱਕ ਤਰ੍ਹਾਂ ਦੀ ਐਕਟੀਵਿਟੀਜ਼ ਜਿਹੜੀਆਂ ਇਹਦੇ ਵਿੱਚ ਆਉਗੀਆਂ। ਅਗਰ ਆਪਾਂ ਇਹਨੂੰ ਡਿਫਾਈਨ ਕਰੀਏ ਤਾਂ ਜੀ.ਆਰ. ਟੈਰੀ ਦੇ ਮੁਤਾਬਕ ਮੈਨੇਜਮੈਂਟ ਇਜ਼ ਅ ਡਿਸਟਿੰਕਟ ਪ੍ਰੋਸੈਸ ਕੰਸਿਸਟਿੰਗ ਆਫ ਪਲੈਨਿੰਗ, ਆਰਗੇਨਾਈਜ਼ਿੰਗ, actuating and controlling performance to determine accomplished stated objects by use of human being and other sources. So दूसरी ਆਪਾਂ डिफाइन कर सकते मैनेजमेंट इज़ द आर्ट of getting things done through and with the people in formally organized groups. इसे बहुत सारिया डेफिनेशनस हैगियां ਜਿਹੜੀਆਂ ਆਪਾਂ डिफाइन कर सकते। और क्वेश्चन ये आंदा कि आप मैनेजमेंट क्यों पढ़न लगे। तुहानूं कोई भी सबजैक्ट पढ़ाया जाता, टॉपिक उहदे पढ़ाया जाता, ईवन प्रैक्टिकल भी कराए जाते हैं। कभी तुसीं अपने आप तो या अपने टीचर्स तो पूछे कि वट इज़ दी नैसेसिटी, ये क्यों सानूं पढ़ाया जा रहा है। सो मैनेजमेंट क्यों पढ़नी जरूरी है, नैसेसिटी की है। एक तो कंपीटीशन बहुत ज़्यादा ग्रोइंग कंपीटीशन आ, किस तरह आप कंपीट करना, अपने कंपीटीटर्स को किस तरह कंपीट करना, ਉਹਦੇ ਲਈ ਆਪਾਂ ਮੈਨੇਜਮੈਂਟ ਜਿਹੜੀ ਆ ਉਹ ਜ਼ਰੂਰ ਪੜਾਂਗੇ ਤਾਂ ਕਿ ਇਕਨੋਮਿਕਲੀ ਆਪਾਂ ਪ੍ਰੋਡਕਸ਼ਨ ਕਰ ਸਕੀਏ, ਮਿਨੀਮਮ ਐਫਰਟਸ ਦੇ ਨਾਲ ਮੈਕਸਿਮਮ ਆਊਟਪੁੱਟ ਲੈ ਸਕੀਏ। ਦੈਨ ਪਲਾਂਟ ਐਫੀਸ਼ੀਐਂਸੀ, a good and scientific management is a dynamic force behind a factory. It helps in increasing plant efficiency. ਜਦੋਂ ਆਪਾਂ ਨੇ ਵੇਸਟੇਜ ਆਫ ਟਾਈਮ ख़त्म कर ਦਿੱਤਾ, ਵੇਸਟੇਜ ਆਫ ਮਟੀਰੀਅਲ ਵੀ ख़त्म करता, ਵੇਸਟੇਜ ਆਫ ਮਨੀ ਵੀ ख़त्म कर ਦਿੱਤਾ, ਤਾਂ ਸਾਡੀ ਜਿਹੜੀ ਆ ਇਨਪੁੱਟ ਘਟ ਗਈ, ਆਊਟਪੁੱਟ ਵੱਧ ਗਈ, ਪਲਾਂਟ ਐਫੀਸ਼ੀਐਂਸੀ ਵੱਧ ਜਾਏਗੀ। ਇੰਡਸਟਰੀਅਲ ਪੀਸ, ਅਗਰ ਸਾਰਾ ਕੰਮ ਸਿਸਟਮੈਟਿਕਲੀ ਚੱਲਦਾ ਤਾਂ ਜਿਹੜੇ ਵਰਕਰ ਆ ਵਿਦਨ ਦੀ ਇੰਡਸਟਰੀ ਦੀ ਅਗਰ ਗੱਲ ਕਰੀਏ, ਜਿਹੜਾ ਇੰਪਲੋਈ ਆ, ਇੰਪਲੋਈ ਹੁੰਦਾ ਜਿਹੜਾ ਵਰਕਰ ਕੰਮ ਕਰਦਾ, ਇੰਪਲੋਇਰ ਹੁੰਦਾ ਜਿਹੜਾ ਮਾਲਕ ਆ। ਜਿਹੜਾ ਇੰਪਲੋਈ ਔਰ ਇੰਪਲੋਇਰ ਦੋਨੋਂ ਹੀ ਉਹਨਾਂ ਦੇ ਵਿੱਚ ਇੱਕ ਬਹੁਤ ਵਧੀਆ ਰਿਲੇਸ਼ਨਸ਼ਿਪ ਡਿਵੈਲਪ ਹੋ ਜਾਏਗਾ, ਪੀਸਫੁਲ ਰਿਲੇਸ਼ਨਸ਼ਿਪ ਡਿਵੈਲਪ ਹੋਏਗਾ। ਜਿਹੜਾ ਪ੍ਰੀਵੈਂਟ ਕਰਨਾ ਸਟਰਾਈਕਾਂ ਹੋ ਗਈਆਂ, ਲੌਕਆਊਟਸ ਹੋਏਗਾ। ਸਟਰਾਈਕ ਹੁੰਦੀ ਆ ਜਿਹੜੀ ਇੰਪਲੋਈ ਕਰਦਾ, ਲੌਕਆਊਟਸ ਹੁੰਦੀਆਂ ਜਿਹੜਾ ਇੰਪਲੋਇਰ ਆ, ਜਿਹੜਾ ਮਾਲਕ ਆ, ਉਹ 14 ਦਿਨ ਦਾ ਜਾਂ 21 ਦਿਨ ਦਾ ਨੋਟਿਸ ਦੇ ਕੇ ਫੈਕਟਰੀ ਨੂੰ ਬੰਦ ਕਰ ਸਕਦਾ। ਬੋਥ ਵੇਜ਼ ਆ। ਸੋ ਇਹਦੇ ਨਾਲ ਐਫੀਸ਼ੀਐਂਸੀ ਵੀ ਵਧੇਗੀ। ਔਰ ਇਹ ਜਿਹੜੇ ਤੁਹਾਡੇ ਕੰਪੀਟੀਟਰ ਆ, ਅਗਰ ਤੁਹਾਡੀ ਇੰਡਸਟਰੀ 'ਚ ਪੀਸ ਹੈ, ਨਾਲ ਦੀ ਇੰਡਸਟਰੀ 'ਚ ਵੀ ਪੀਸ ਹੈ, ਤਾਂ ਜਿਹੜਾ ਇੱਕ ਹੈਲਦੀ ਕੰਪੀਟੀਟਿਵ ਐਟਮੋਸਫੀਅਰ ਕ੍ਰੀਏਟ ਹੋਏਗਾ। ਹਰ ਇੱਕ ਸਾਡੇ ਕੋਲ ਤੀਸਰਾ ਹੈ, ਫੋਰਥ ਹੈ, ਸਾਡੇ ਕੋਲ ਲਿਮਿਟਡ ਫਾਈਨੈਂਸ਼ੀਅਲ ਰਿਸੋਰਸਿਸ ਆ। ਉਹਦੇ ਲਈ ਵੀ ਸਾਨੂੰ ਮੈਨੇਜਮੈਂਟ ਟੈਕਟਿਕਸ ਚਾਹੀਦੀਆਂ ਤਾਂ ਕਿ ਘੱਟ ਪੈਸੇ ਦੇ ਨਾਲ ਅਸੀਂ ਕਿਸ ਤਰ੍ਹਾਂ ਆਪਣਾ ਆਰਗੇਨਾਈਜੇਸ਼ਨ ਨੂੰ ਚਲਾ ਸਕੀਏ, ਫੈਕਟਰੀ ਨੂੰ ਕਿੱਦਾਂ ਆਪਾਂ ਰਨ ਕਰਨਾ, ਆਰਗੇਨਾਈਜੇਸ਼ਨ ਨੂੰ ਕਿੱਦਾਂ ਰਨ ਕਰਨਾ, ਕਿੱਦਾਂ ਕੰਟਰੋਲ ਕਰਨਾ, ਇਫੈਕਟਿਵਲੀ ਕਿੱਦਾਂ ਕੰਟਰੋਲ ਕਰਨਾ। ਹੁਣ ਅਗਰ ਸਾਰੀਆਂ ਚੀਜ਼ਾਂ ਠੀਕ ਹੋ ਗਈਆਂ, ਤੁਹਾਡਾ ਮੈਂਟਲ ਪੀਸ ਵੀ ਠੀਕ ਹੋਏਗਾ, ਤੁਸੀਂ ਫ੍ਰੀ ਮਾਈਂਡ ਹੋਵੋਗੇ, ਤਾਂ ਫਿਰ ਤੁਸੀਂ ਐਕਸਪੈਂਸ਼ਨ ਆਫ ਇੰਡਸਟਰੀ ਬਾਰੇ ਵੀ ਸੋਚ ਸਕਦੇ ਹੋ। ਹੁਣ ਇਹ ਮੈਨੇਜਮੈਂਟ ਦੇ ਫੀਚਰਸ ਕੀ ਆ, ਕਰੈਕਟਰਿਸਟਿਕਸ ਆਫ ਮੈਨੇਜਮੈਂਟ ਕੀ ਆ। ਮੈਨੇਜਮੈਂਟ ਇਜ਼ ਅ ਗੋਲ ਓਰੀਐਂਟਡ। ਇਹਨੂੰ ਆਪਾਂ ਇਹ ਵੀ ਕਹਿੰਦੇ ਆ ਇਫੈਕਟਿਵ ਮੈਨੇਜਮੈਂਟ ਇਜ਼ ਮੈਨੇਜਮੈਂਟ ਬਾਈ ਆਬਜੈਕਟਿਵਸ। ਅਗਰ ਕੋਈ ਆਬਜੈਕਟਿਵ ਨਹੀਂ, ਕੋਈ ਗੋਲ ਨਹੀਂ, ਕੋਈ ਟਾਰਗੇਟ ਨਹੀਂ, ਤਾਂ ਕੋਈ ਮੈਨੇਜਮੈਂਟ ਐਕਟੀਵਿਟੀ ਨਹੀਂ।
ਮੰਨ ਲਓ ਤੁਸੀਂ ਇੱਥੋਂ ਦਿੱਲੀ ਜਾਣਾ, ਦਿਸ ਇਜ਼ ਯੂਅਰ ਟਾਰਗੇਟ, ਦਿਸ ਇਜ਼ ਯੂਅਰ ਗੋਲ, ਦਿਸ ਇਜ਼ ਯੂਅਰ ਆਬਜੈਕਟਿਵ। ਹੁਣ ਕਿੱਦਾਂ ਜਾਣਾ, ਤੁਸੀਂ ਕਿੱਦਾਂ ਮੈਨੇਜ ਕਰਨਾ? ਬਾਈ ਰੋਡ ਜਾਣਾ, ਬਾਈ ਟ੍ਰੇਨ ਜਾਣਾ, ਬਾਈ ਏਅਰ ਜਾਣਾ, ਬਾਈ ਰੋਡ ਜਾਣਾ, ਬਾਈ ਬੱਸ ਜਾਣਾ, ਜਾਂ ਓਨ ਵਹੀਕਲ ਜ ਲੈ ਕੇ ਜਾਣਾ, ਜਾਂ ਫਿਰ ਤੁਸੀਂ ਟੈਕਸੀ ਕਰਕੇ ਜਾਣਾ। ਸੋ ਇਹ ਮੈਨੇਜਮੈਂਟ ਐਕਟੀਵਿਟੀਜ਼ ਹੈ। ਜਿਸ ਤਰ੍ਹਾਂ ਦਾ ਗੋਲ ਹੋਏਗਾ ਉਸ ਹਿਸਾਬ ਦੇ ਨਾਲ ਸਾਡੀਆਂ ਮੈਨੇਜਮੈਂਟ ਐਕਟੀਵਿਟੀਜ਼ ਹੋ ਗਈਆਂ। ਮੈਨੇਜਮੈਂਟ ਇਜ਼ ਯੂਨੀਵਰਸਲ। ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੰਟਰੋਲਿੰਗ, ਇਹ ਸਾਰੀਆਂ ਯੂਨੀਵਰਸਲ ਐਕਟੀਵਿਟੀਜ਼ ਹੈਗੀਆਂ ਜਿਹੜੀਆਂ ਹਰ ਇੱਕ ਆਰਗੇਨਾਈਜੇਸ਼ਨ ਦੇ ਲਈ ਚਾਹੀਦੀਆਂ, ਚਾਹੇ ਉਹ ਪੋਲੀਟੀਕਲ ਸਾਡੇ ਕੋਲ ਹੈ, ਪੋਲੀਟਿਕਸ ਹੈ, ਚਾਹੇ ਰਿਲੀਜਨ ਹੈ, ਵਾਰ ਹੈ। ਇਨ ਐਵਰੀ ਕੰਸਰਨ there is management function to be performed. That is why it is universal. Management is an integral process. It creates cooperation and coordination among the people working together. It is multidisciplinary management. The discipline science है, sociology है, psychology है, economics है। ਇਹਦੇ ਵਿੱਚ management is art as well as science। अगर आप मैनेजमेंट ਨੂੰ ਸਾਇੰਸ ਕਿਉਂ ਕਹਿੰਦੇ ਆ? ਕਿਉਂਕਿ ਇਹ ਮੈਨੇਜਮੈਂਟ ਦੇ ਯੂਨੀਵਰਸਲ ਪ੍ਰਿੰਸੀਪਲਸ ਜਾਂ ਰੂਲਸ ਆ, ਆਲਰੇਡੀ ਐਸਟੈਬਲਿਸ਼ਡ ਰੂਲਸ ਹੈਗੇ, ਇਸ ਕਰਕੇ ਸਾਇੰਸ ਹੈ। ਲੇਕਿਨ ਮੈਨੇਜਮੈਂਟ ਦੀ ਇਫੈਕਟਿਵਨੈਸ ਡਿਪੈਂਡ ਕਰਦੀ ਆ ਮੈਨੇਜਰ ਦੀ ਸਕਿੱਲ ਤੇ। ਰੂਲ ਤਾਂ ਉਹੀ ਆ। ਇੱਕ ਮੈਨੇਜਰ ਜਿਹੜਾ ਬਹੁਤ ਵਧੀਆ ਰਿਜ਼ਲਟ ਦੇ ਰਿਹਾ, ਸੇਮ ਰੂਲ ਅਪਲਾਈ ਕਰਕੇ ਦੂਜਾ ਮੈਨੇਜਰ ਜਿਹੜਾ ਵਧੀਆ ਰਿਜ਼ਲਟ ਨਹੀਂ ਦੇ ਰਿਹਾ, ਇਹਦਾ ਮਤਲਬ ਇਫੈਕਟਿਵਨੈਸ ਆਫ ਦੀ ਮੈਨੇਜਮੈਂਟ entirely depends upon the skill of the manager. That is why it is art. It is a social process. Management is a continuous activity. It is required at all levels: top level management, bottom level management, lower level management. So management is intangible. Management can't be seen with eyes. However, managers, we can see managers. ਸੋ ਰਿਜ਼ਲਟ ਕੀ ਆ ਰਿਹਾ, ਉਹ ਤੋਂ ਅਸੀਂ ਇਹਨੂੰ ਫੀਲ ਕਰ ਸਕਦੇ ਹਾਂ ਕਿ ਮੈਨੇਜਮੈਂਟ ਇਜ਼ ਅ ਗੁੱਡ ਔਰ ਬੈਡ। ਇਟ ਕੈਨ ਬੀ ਫੈਲਟ ਬਾਈ ਇਟਸ ਰਿਜ਼ਲਟ। ਮੈਨੇਜਮੈਂਟ ਇਜ਼ ਅ ਪ੍ਰੋਫੈਸ਼ਨ। ਸੋ ਮੈਨੇਜਮੈਂਟ ਫੁਲਫਿਲਸ ਦੀ essential consideration which is a professional should, such as it has specialized body of knowledge. Formally training is imparted to train the manager, that is MBA वगैरह different universities different nomenclature ਦੇ ਅੰਡਰ ਕੋਰਸਿਸ ਕਰਵਾ ਰਹੀਆਂ। ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ। ਮੈਨੇਜਮੈਂਟ ਇਜ਼ ਏ ਡਾਇਨਾਮਿਕ, ਇਟ ਇਜ਼ ਅ ਡਾਇਨਾਮਿਕ ਪ੍ਰੋਸੈਸ। ਡਾਇਨਾਮਿਕ ਦਾ ਮਤਲਬ ਕੀ ਹੈ ਕਿ ਸਿਚੁਏਸ਼ਨ ਟੂ ਸਿਚੁਏਸ਼ਨ, ਟਾਈਮ ਟੂ ਟਾਈਮ ਇਹਨੂੰ ਆਪਾਂ ਮੋਡੀਫਾਈ ਕਰਦੇ ਰਹਾਂਗੇ, ਚੇਂਜ ਕਰਦੇ ਰਹਾਂਗੇ। ਇਟ ਇਜ਼ ਏ ਫਲੈਕਸੀਬਲ, ਨਾਟ ਰਿਜਿਡ। ਸੋ ਸਾਡੇ ਕੋਲ ਇੱਕ ਹੈਨਰੀ ਫਾਇਲ ਜਿਹੜਾ ਇੰਡਸਟਰੀਅਲਿਸਟ ਸੀ, ਫ੍ਰੈਂਚ ਇੰਡਸਟਰੀਅਲਿਸਟ ਹੈਨਰੀ ਫਾਇਲ ਹੋਇਆ। ਰਿਟਾਇਰਮੈਂਟ ਤੋਂ ਬਾਅਦ ਉਹਨੇ 14 ਪ੍ਰਿੰਸੀਪਲਸ ਆਫ ਮੈਨੇਜਮੈਂਟ ਦੀ ਗੱਲ ਕੀਤੀ ਕਿ ਜਿਹੜੇ ਇੱਕ ਗਾਈਡ ਆ 3 ਹਿੱਸਿਆਂ 'ਚ ਉਹਨੇ ਵੰਡਿਆ: ਪ੍ਰੋਡਕਸ਼ਨ, ਹਿਊਮਨ ਰਿਲੇਸ਼ਨਸ ਐਂਡ ਐਡਮਿਨਿਸਟ੍ਰੇਸ਼ਨ। ਪ੍ਰੋਡਕਸ਼ਨ ਦੇ ਵਿੱਚ ਡਿਵੀਜ਼ਨ ਆਫ ਲੇਬਰ। ਡਿਵੀਜ਼ਨ ਆਫ ਲੇਬਰ ਦੇ ਵਿੱਚ ਉਹਨੇ ਕਿਹਾ ਕਿ ਜਿਹੜਾ ਆਰਡੀਨਰੀ ਵਰਕ ਹੈ ਉਹਦੇ ਵਿੱਚ 10 ਤੋਂ 15 ਵਰਕਰ ਨੂੰ ਆਪਾਂ ਸੁਪਰਵਾਈਜ਼ ਕਰ ਸਕਦੇ ਹਾਂ ਜਨਰਲ ਵਰਕ ਦੇ ਵਿੱਚ। ਲੇਕਿਨ ਜਿਹੜਾ ਸਪੈਸ਼ਲਾਈਜ਼ਡ ਔਰ ਪ੍ਰਸਾਈਜ਼ ਵਰਕ ਹੈ ਉਹਦੇ ਵਿੱਚ ਆਪਾਂ 3 ਤੋਂ 5 ਜਿਹੜੇ ਵਰਕਰ ਹੈ ਉਹਨਾਂ ਨੂੰ ਹੀ ਸੁਪਰਵਾਈਜ਼ ਕਰ ਸਕਦੇ, ਜੋ ਉਹਨੇ ਆਪਣਾ ਐਕਸਪੀਰੀਅੰਸ ਉਹਨੇ ਦੱਸਿਆ। ਪੈਰਿਟੀ ਬਿਟਵੀਨ ਅਥਾਰਟੀ ਐਂਡ ਰਿਸਪੌਂਸਿਬਿਲਿਟੀ। ਅਥਾਰਟੀ ਜਿੱਦਾਂ ਜਿੱਦਾਂ ਵੱਧਦੀ ਜਾਂਦੀ ਹੈ, ਰਿਸਪੌਂਸਿਬਿਲਿਟੀ ਘਟਦੀ ਜਾਂਦੀ ਹੈ। ਇਹ ਸਾਡੀ ਹਾਰਡ ਲੱਕ। ਅਥਾਰਟੀ ਰਿਸਪੌਂਸਿਬਿਲਿਟੀ ਦੇ ਨਾਲ ਨਾਲ ਕੈਲਕੂਲੇਟਡ ਅਥਾਰਟੀ ਵੀ ਹੋਣੀ ਚਾਹੀਦੀ ਹੈ। ਠੀਕ ਹੈ। So authority and responsibility should be essential counterpart of each and other, and they should go hand in hand. ਕੱਲੀ ਰਿਸਪੌਂਸਿਬਿਲਿਟੀ ਦੇ ਦਿੱਤੀ ਲੇਕਿਨ ਅਥਾਰਟੀ ਉਹਦੇ ਕੋਲ ਕੋਈ ਨਹੀਂ ਹੈਗੀ ਤਾਂ ਉਹ ਸਾਡੇ ਰਿਜ਼ਲਟ ਪ੍ਰੋਪਰ ਨਹੀਂ ਨਿਕਲਣਗੇ। ਇਕੁਇਟੀ। Equity simply means same treatment to the person working in the similar position. According to Fayol, it is a combination of justice and kindness. Stability of tenure. No employee should be removed within short time. ਇੱਕ ਅਨਸਰਟਨਟੀ ਬਣੀ ਰਹੇਗੀ, ਪਤਾ ਨਹੀਂ ਮੈਨੂੰ ਰੱਖਣਾ, ਪਤਾ ਨਹੀਂ ਰੱਖਣਾ, ਮੈਂ ਕਿਉਂ ਕੰਮ ਕਰਾਂ। ਸੋ ਉਹਨੂੰ ਇਹ ਹੁਣ ਸਟੇਬਿਲਿਟੀ ਆਫ ਟੈਨਿਓਰ ਹੋਣੀ ਚਾਹੀਦੀ ਆ ਤਾਂ ਉਹਨੂੰ ਪਤਾ ਹੋਵੇ ਕਿ ਮੈਂ ਇੱਥੇ ਹੀ ਕੰਮ ਕਰਨਾ। ਇਨੀਸ਼ੀਏਟਿਵ। subordination of individual interest to general interest.
ਕਈ ਵਾਰੀ ਫੈਮਿਲੀ ਦੇ ਵਿੱਚ ਵੀ ਕੀ ਹੁੰਦਾ ਕਿ ਸਾਡੇ ਆਪਣੇ ਇੰਡੀਵਿਜੂਅਲ ਇੰਟਰਸਟ ਬਹੁਤ ਹਾਵੀ ਹੋ ਜਾਂਦੇ ਆ ਫੈਮਿਲੀ ਦੇ ਇੰਟਰਸਟ ਨਾਲੋਂ, ਤਾਂ ਉਹਦੇ ਨਾਲ ਫੈਮਿਲੀਜ਼ ਟੁੱਟਣ ਦੇ ਕਗਾਰ 'ਤੇ ਆ ਜਾਂਦੀਆਂ। ਸੋ ਹਮੇਸ਼ਾ ਹੀ ਜਨਰਲ ਇੰਟਰਸਟ ਜਿਹੜੇ ਆ ਉਹ ਇੰਡੀਵਿਜੂਅਲ ਇੰਟਰਸਟ ਦੀ ਸਬੋਰਡੀਨੇਸ਼ਨ ਕਰ ਦੇਣੀ ਚਾਹੀਦੀ ਆ, ਜਿੱਥੇ ਲਾਰਜਰ ਇੰਟਰਸਟ ਦੇ ਵਿੱਚ ਆਪਾਂ ਸੋਚਦੇ ਰੈਮੂਨੇਸ਼ਨ ਆਫ ਪਰਸੋਨਲ, ਜਿਹੜੀ ਰੈਮੂਨੇਸ਼ਨ ਹੁੰਦਾ ਜਿਹੜੀ ਉਹਨੂੰ ਕੰਮ ਕਰਨ ਦੇ ਬਦਲੇ ਅਸੀਂ ਪੇਮੈਂਟ ਕਰਦੇ ਹਾਂ। ਸੋ ਉਹ ਟਾਈਮ 'ਤੇ ਮਿਲਣੀ ਚਾਹੀਦੀ ਹੈ। ਸੈਂਟਰਲਾਈਜੇਸ਼ਨ, ਮੈਨੇਜਮੈਂਟ ਸ਼ੁੱਡ ਬੀ ਸੈਂਟਰਲਾਈਜ਼ ਦੀ ਅਥਾਰਟੀ ਟੂ ਦੀ ਐਕਸਟੈਂਟ ਦੈਟ ਨਾਈਦਰ ਦੇयर ਇਜ਼ ਟੂ ਮਚ concentration of power nor it divides too much, calculated balanced centralization होना चाहिए। so discipline, unity of command, unity of direction, ये कुछ order, ये कुछ principles हेनरी फाइल ने सानू दिते। then functions of management, ਕਿਹੜੇ ਕਿਹੜੇ ਆਪਾਂ functions of management ਦੀ ਪਿੱਛੇ ਗੱਲ ਕੀਤੀ ਹੈ। so functions of management ਦੇ ਵਿੱਚ planning ਹੈ, ਕੋਈ ਵੀ ਆਪਾਂ ਕੰਮ ਕਰਨਾ, ਈਵਨ ਆਪਾਂ ਕੋਈ ਫੰਕਸ਼ਨ ਆਰਗੇਨਾਈਜ਼ ਕਰਨਾ, ਪਹਿਲਾਂ ਆਪਾਂ ਪਲਾਨ ਕਰਦੇ ਹਾਂ, ਡਿਊਟੀਆਂ ਐਲੋਕੇਟ ਕਰਦੇ ਹਾਂ, ਉਹਦੀ ਪਲੈਨਿੰਗ ਕਰਦੇ ਹਾਂ, ਕਿਹੜਾ ਸਮਾਨ ਕਿੱਥੋਂ ਲੈਣਾ, ਕਿਹੜਾ ਕੰਮ ਕਿੱਥੇ ਕਰਨਾ, ਕਿਸ ਤਰ੍ਹਾਂ ਕਰਨਾ। ਸੋ ਇਹ ਸਾਰਾ ਹੀ ਜਿਹੜੀ ਆ ਪਲੈਨਿੰਗ ਕੀ ਆ, ਥਿੰਕ ਬਿਫੋਰ ਡੂਇੰਗ ਔਰ ਥਿੰਕ ਬਿਫੋਰ ਯੂ ਐਕਟ ਔਰ ਥਿੰਕ ਟੂਡੇ ਵਾਟ ਯੂ ਵਾਂਟ ਟੂ ਡੂ ਟਮਾਰੋ। ਸੋ ਪਲੈਨਿੰਗ ਦੇ ਲਈ ਜਿਹੜਾ ਰੂਲ ਹੈ 4W1H, ਪਹਿਲੀ ਗੱਲ ਵਾਟ ਆਊਟ ਟੂ ਬੀ ਡਨ, ਤੁਸੀਂ ਕੀ ਕਰਨਾ ਚਾਹੁੰਦੇ ਆ। ਹੂ ਸ਼ੈਲ ਡੂ ਇਟ, ਹੁਣ ਕੌਣ ਕਰੇਗਾ। ਵੇਅਰ ਐਕਸ਼ਨ ਇਜ਼ ਨੈਸੈਸਰੀ, ਕਿੱਥੇ ਕਰਨਾ ਕੰਮ। ਵਾਈ ਸ਼ੁੱਡ ਵੀ ਡੂ ਇਟ, ਕਿਉਂ ਕਰਨਾ। ਹਾਊ ਸ਼ੁੱਡ ਡੂ ਇਟ, ਇਹਨੂੰ ਆਪਾਂ ਕਿੱਦਾਂ ਕਰਾਂਗੇ, ਮੈਥਡ ਕੀ ਹੋਏਗਾ। ਸੋ ਇਹ ਬੇਸਿਕ ਰੂਲ ਹੈ ਪਲੈਨਿੰਗ ਦਾ। ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਆ, ਇਹ ਤੁਸੀਂ ਇੱਕ ਟੇਬਲ ਬਣਾ ਲਓ, ਉਹਦੇ ਵਿੱਚ ਦੇਖੋ ਵਾਟ ਆਊਟ ਟੂ ਬੀ ਡਨ, ਤੁਸੀਂ ਕੀ ਕਰਨਾ ਚਾਹੁੰਦੇ ਆ, ਕੌਣ ਕਰ ਸਕਦਾ, ਤੁਹਾਡੇ ਕੋਲ ਪੋਸੀਬਲ ਕਿਹੜੇ ਕਿਹੜੇ ਵਰਕਰ ਹੈ ਜਿਹੜੇ ਕਰ ਸਕਦੇ ਆ। ਹੂ ਸ਼ੈਲ ਡੂ ਇਟ, ਵੇਅਰ ਐਕਸ਼ਨ ਇਜ਼, ਕਿਹੜੀ ਕਿਹੜੀਆਂ ਪੋਸੀਬਲ ਪਲੇਸਿਸ ਹੈਗੀਆਂ ਜਿੱਥੇ ਤੁਸੀਂ ਐਕਸ਼ਨ ਲੈ ਸਕਦੇ ਆ, ਉਹਦੀ ਰੀਜ਼ਨਿੰਗ ਕੀ ਆ ਕਰਨ ਦੀ। ਹਾਊ ਸ਼ੁੱਡ ਵੀ ਡੂ ਇਟ, ਉਹਨੂੰ ਕਿੱਦਾਂ ਕਿੱਦਾਂ ਕੰਮ ਕਰਨਾ। 3-4 ਪ੍ਰਪੋਜ਼ਲ ਬਣਾ ਲਓ, ਜਿਹੜੀ ਤੁਹਾਨੂੰ ਬੈਸਟ ਸੂਟੇਬਲ ਪ੍ਰਪੋਜ਼ਲ ਹੈ ਉਹਨੂੰ ਤੁਸੀਂ ਸਿਲੈਕਟ ਕਰ ਲਓ। ਸੋ 6 P's of planning ਕੀ ਆ, purpose, philosophy, promises, policies, plans, priorities. So then next ਸਾਡੇ ਕੋਲ ਹੈ planning premises, external premises ਹੋ ਸਕਦੇ ਆ, internal premises ਹੋ ਸਕਦੇ ਆ। internal premises ਸਾਡੀਆਂ internal policies ਕੀ ਆ, resources ਕੀ ਆ, ਸਾਡੇ ਕੋਲ ਮਸ਼ੀਨਰੀ ਕਿੰਨੀ ਆ, ਜੇ ਕੰਪਿਊਟਰ ਦੇ ਕੰਪਿਊਟਰ ਕਿੰਨੇ ਆ, ability of organization to withstand the environment pressure। external ਕੀ ਆ, political factor ਕੀ ਆ, social factor ਕੀ ਆ, technological changes ਕੀ ਆ, competitor plan ਕੀ ਆ, government policies ਕੀ ਆ। ਕੰਪਿਊਟਰ ਦੇ ਵਿੱਚ ਕੀ ਹੈਗਾ, ਡੇ ਬਾਈ ਡੇ ਜਿਹੜੇ ਆ ਲੇਟੈਸਟ ਵਰਜ਼ਨ ਕੰਪਿਊਟਰ ਦੇ ਆ ਰਹੇ ਆ, ਤਾਂ ਸਾਨੂੰ ਆਪਣੀਆਂ ਪਲੈਨਿੰਗ ਕਰਨ ਲਈ ਉਸ ਚੀਜ਼ ਨੂੰ ਵੀ ਧਿਆਨ ਵਿੱਚ ਰੱਖਣਾ ਪਏਗਾ। ਆਲਟਰਨੇਟਿਵ ਸਾਡੇ ਕੋਲ ਕੋਰਸਿਸ ਜਿਹੜੀ ਵੀ ਆ ਅਡਾਪਟ ਕਰਨੇ ਪਊਗੇ। ਦੈਨ ਆਰਗੇਨਾਈਜ਼ਿੰਗ, ਜੋ ਵੀ ਆਪਾਂ ਪਲਾਨ ਕੀਤਾ ਹੁਣ ਉਹਦੇ ਲਈ ਸਾਨੂੰ ਕੀ ਕੀ ਚਾਹੀਦਾ, ਰਾ ਮਟੀਰੀਅਲ ਚਾਹੀਦਾ, ਟੂਲਸ ਚਾਹੀਦੇ ਆ, ਕੈਪੀਟਲ ਚਾਹੀਦਾ, ਪੈਸਾ ਚਾਹੀਦਾ, ਬੰਦੇ ਕੰਮ ਕਰਨ ਵਾਲੇ ਚਾਹੀਦੇ ਆ। ਇਹ ਸਾਰੀਆਂ ਆਰਗੇਨਾਈਜ਼ ਆਪਾਂ ਨੇ ਚੀਜ਼ਾਂ ਕਰ ਲੈਣੀਆਂ। ਦੈਨ ਸਟਾਫਿੰਗ ਦੇ ਵਿੱਚ ਕੀ ਹੈਗਾ ਕਿ ਹਿਊਮਨ ਰਿਸੋਰਸਿਸ ਆਫ ਆਰਗੇਨਾਈਜੇਸ਼ਨ, ਜਿੰਨੀ ਵੀ ਮੈਨ ਪਾਵਰ ਪਲੈਨਿੰਗ ਆ, ਰਿਕਰੂਟਮੈਂਟ, ਸਿਲੈਕਸ਼ਨ ਐਂਡ ਪਲੇਸਮੈਂਟ, ਫਿਰ ਉਹਨਾਂ ਨੂੰ ਟ੍ਰੇਨਿੰਗ ਐਂਡ ਡਿਵੈਲਪਮੈਂਟ, ਟ੍ਰੇਨਿੰਗ ਦਿੱਤੀ, ਪ੍ਰਮੋਸ਼ਨ ਦਿੱਤੀ, ਟਰਾਂਸਫਰਸ ਕੀਤੀਆਂ, ਠੀਕ ਹੈ। ਉਹਨਾਂ ਦੀ ਰੈਮੂਨਰੇਸ਼ਨ ਕੀ ਹੋਊਗਾ, ਕਿਹੜਾ ਬੰਦਾ ਕਿਹੜੀ ਮਸ਼ੀਨ 'ਤੇ ਕੰਮ ਕਰੂਗਾ, ਕਿੰਨੇ ਵਜੇ ਕੰਮ ਕਰੂਗਾ, ਕਦੋਂ ਕੰਮ ਉਹਦਾ ਖਤਮ ਹੋਏਗਾ। ਇਹ ਸਾਰੀ ਸਟਾਫਿੰਗ ਅਲਾਟਮੈਂਟ ਕਰ ਦੇਣੀ ਆ ਕਿ ਕਿਹੜੇ ਕਿਹੜੇ ਬੰਦੇ ਨੇ ਡਿਊਟੀਆਂ ਦੇ ਦੇਣੀਆਂ, ਤੁਸੀਂ ਕਿਹੜਾ ਕਿਹੜਾ ਕੰਮ ਕਰਨਾ। ਪਰ ਐਕਚੁਅਲ ਕੰਮ ਹਜੇ ਅਸੀਂ ਕੋਈ ਨਹੀਂ ਕੀਤਾ। ਪਲੈਨਿੰਗ ਕਰ ਲਈ, ਉਸ ਪਲਾਨ ਦੇ ਮੁਤਾਬਕ ਸਾਰੀਆਂ ਫੈਕਟਰ, ਸਾਰੀਆਂ ਚੀਜ਼ਾਂ ਆਰਗੇਨਾਈਜ਼ ਕਰ ਲਈਆਂ। ਆਰਗੇਨਾਈਜ਼ ਕਰਨ ਤੋਂ ਬਾਅਦ ਫਿਰ ਆਪਾਂ ਸਟਾਫਿੰਗ ਕਰ ਲਈ, ਬੰਦੇ ਡਿਪਿਊਟ ਕਰ ਦਿੱਤੇ ਕੰਮ ਕਰਨ ਲਈ। ਹੁਣ ਹੈ ਡਾਇਰੈਕਟਿੰਗ। ਇੱਥੋਂ ਆ ਕੇ ਆਪਾਂ ਨੇ ਆਰਡਰ ਪਾਸ ਕੀਤਾ, ਡਾਇਰੈਕਟ ਕੀਤਾ, ਇਜ਼ ਮੂਵਿੰਗ ਟੂ ਐਕਸ਼ਨ। ਐਕਚੁਅਲ ਰਾ ਮਟੀਰੀਅਲ ਜਿਹੜਾ ਉਹ 'ਤੇ ਪ੍ਰੋਸੈਸ ਜਿਹੜਾ ਸ਼ੁਰੂ ਹੋਣਾ, ਜਿਹੜੀਆਂ ਮਸ਼ੀਨਾਂ ਚੱਲਣੀਆਂ ਸ਼ੁਰੂ ਹੋਣੀਆਂ, ਉਹ ਡਾਇਰੈਕਟਿੰਗ ਤੋਂ ਹੋਣੀਆਂ। ਹੁਣ ਡਾਇਰੈਕਟਿੰਗ ਦੇ ਵਿੱਚ ਸਾਡੇ ਕੋਲ ਕੁਝ ਫੈਕਟਰਸ ਹੈਗੇ ਆ ਜਿਹੜੇ ਲੀਡਰਸ਼ਿਪ,
ਆਪਾਂ ਲੀਡਰਸ਼ਿਪ ਵਾਲੇ ਚੈਪਟਰ ਦੇ ਵਿੱਚ ਕਰਾਂਗੇ। ਲੀਡਰ 3 ਤਰ੍ਹਾਂ ਦੇ ਲੀਡਰਸ਼ਿਪ ਕੁਆਲਿਟੀਜ਼ ਹੈਗੀਆਂ, ਐਟੋਕ੍ਰੈਟਿਕ ਲੀਡਰਸ਼ਿਪ, ਲੇਜ਼ੇਜ਼ ਫਰੀ ਔਰ ਡੈਮੋਕ੍ਰੈਟਿਕ ਲੀਡਰਸ਼ਿਪ। ਦੈਨ ਕਮਿਊਨੀਕੇਸ਼ਨ ਦਾ ਵੀ ਆਪਾਂ ਕਰਾਂਗੇ ਅੱਗੇ ਜਾ ਕੇ ਕਿ ਜਿਹੜੀ ਕਮਿਊਨੀਕੇਸ਼ਨ ਆ ਬਿਲਕੁਲ ਕਲੀਅਰ ਕੱਟ ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ। ਉਹ ਜਿਹੜੀ ਲੈਂਗੁਏਜ ਵਰਕਰ ਸਮਝਦਾ ਉਸ ਲੈਂਗੁਏਜ 'ਚ ਗੱਲ ਕਰਨੀ ਆ। ਸੁਪਰਵੀਜ਼ਨ, ਮੋਟੀਵੇਸ਼ਨ, ਅਗਰ ਕੋਈ ਵਰਕਰ ਜਿਹੜਾ ਹਤਾਸ਼ ਹੋ ਗਿਆ, ਡਿਮੋਰਲਾਈਜ਼ ਹੋ ਗਿਆ, ਡੀਮੋਟੀਵੇਟ ਹੋ ਗਿਆ, ਉਸ ਵਰਕਰ ਨੂੰ ਅਸੀਂ ਮੋਟੀਵੇਟ ਵੀ ਕਰਨਾ। ਪਲੈਨਿੰਗ ਕਰ ਲਈ, ਆਰਗੇਨਾਈਜ਼ਿੰਗ ਕਰ ਲਈ, ਆਰਗੇਨਾਈਜ਼ਿੰਗ ਤੋਂ ਬਾਅਦ ਆਪਾਂ ਨੇ ਸਟਾਫਿੰਗ ਕਰ ਲਈ, ਸਟਾਫਿੰਗ ਤੋਂ ਬਾਅਦ ਆਪਾਂ ਨੇ ਡਾਇਰੈਕਟਿੰਗ ਕਰ ਦਿੱਤੀ, ਜਿਹੜਾ ਐਕਚੁਅਲ ਕੰਮ ਸਟਾਰਟ ਕਰ ਦਿੱਤਾ। ਹੁਣ ਇੱਥੇ ਆ ਕੇ ਸਾਡੇ ਕੋਲ ਕੀ ਆ ਗਿਆ, ਉਸ ਤੋਂ ਬਾਅਦ ਕੰਟਰੋਲਿੰਗ। ਅਗਰ ਤਾਂ ਸਾਰਾ ਪ੍ਰੋਸੈਸ ਐਜ਼ ਪਰ ਪਲੈਨਸ ਚੱਲ ਰਿਹਾ ਦੈਨ ਇਟ ਇਜ਼ ਗੁੱਡ, ਉਹਨੂੰ ਮੇਨਟੇਨ ਕਰੋ। ਅਗਰ ਕੋਈ ਪ੍ਰੋਸੈਸ ਪਲਾਨ ਦੇ ਮੁਤਾਬਕ ਨਹੀਂ ਚੱਲਦਾ, ਪਲੈਨਿੰਗ ਤੋਂ ਬਾਹਰ ਜਾ ਰਿਹਾ, ਫਿਰ ਆਪਾਂ ਉੱਤੇ ਕਰੈਕਟਿਵ ਐਕਸ਼ਨ ਕਰਾਂਗੇ। ਅਗਰ ਕਰੈਕਟਿਵ ਐਕਸ਼ਨ ਦੇ ਵਿੱਚ ਦੇਖਾਂਗੇ ਵੀ ਸਾਡੀ ਪਲੈਨਿੰਗ 'ਚ ਕੋਈ ਪ੍ਰੋਬਲਮ ਆ ਤਾਂ ਪਲੈਨਿੰਗ ਠੀਕ ਕਰਾਂਗੇ, ਔਰ ਅਗਰ ਸਾਡਾ ਜਿਹੜਾ ਇੰਪਲੀਮੈਂਟੇਸ਼ਨ 'ਚ ਕੋਈ ਪ੍ਰੋਬਲਮ ਆ ਤਾਂ ਇੰਪਲੀਮੈਂਟੇਸ਼ਨ ਉਹ ਕਰਾਂਗੇ। ਉਸ ਤੋਂ ਬਾਅਦ ਸਾਡੇ ਕੋਲ ਹਿਊਮਨ ਰਿਸੋਰਸ ਮੈਨੇਜਮੈਂਟ ਆਉਂਦੀ ਹੈ, ਕਿਉਂਕਿ ਜਿਹੜੇ ਵਰਕਰ ਹੈਗੇ ਆ ਅਸੀਂ ਉਹਨਾਂ ਨੂੰ ਰਿਕਰੂਟਮੈਂਟ ਕਰਨੀ, ਉਹਨਾਂ ਦੀ ਰਿਕਰੂਟਮੈਂਟ ਕਰਨੀ ਆ, ਟ੍ਰੇਨਿੰਗ ਕਰਨੀ ਆ, ਸਿਲੈਕਸ਼ਨ ਕਰਨੀ ਆ। ਇਹ ਸਾਰਾ ਜਿਹੜਾ ਕੰਮ ਆ, ਜਿਹੜੇ ਵਰਕਰ ਆ ਜਿਹੜਾ ਤੁਸੀਂ ਡਿਪਲੋਮਾ ਕਰਕੇ ਜਾਂ ਡਿਗਰੀ ਕਰਕੇ ਜਾਂਦੇ ਆ, ਇੰਡਸਟਰੀਜ਼ ਜਿਹੜੀਆਂ ਜਾਂ ਕੰਪਨੀਜ਼ ਆਰਗੇਨਾਈਜੇਸ਼ਨ ਆ, ਉਹ ਤੁਹਾਡੇ ਪਹਿਲੋਂ ਬੰਦੇ ਘੱਟ ਰੱਖਣੇ ਆ ਔਰ ਰਿਕਰੂਟ ਕਰ ਲੈਂਦੇ ਆ। ਰਿਕਰੂਟ ਕਰਨ ਤੋਂ ਬਾਅਦ ਉਹ ਫਿਰ ਟ੍ਰੇਨਿੰਗ ਦਿੰਦੇ ਆ ਤੁਹਾਨੂੰ, ਪ੍ਰੀ ਟ੍ਰੇਨਿੰਗ ਆਪਾਂ ਨੂੰ ਕਹਿੰਦੇ ਆ। ਟ੍ਰੇਨਿੰਗ ਤੋਂ ਬਾਅਦ ਫਿਰ ਤੁਹਾਡਾ ਕੋਈ ਰਿਟਨ ਟੈਸਟ ਹੋਏਗਾ ਜਾਂ ਤੁਹਾਡਾ ਪ੍ਰੈਕਟੀਕਲ ਟੈਸਟ ਹੋਏਗਾ। ਉਸ ਟੈਸਟ ਤੋਂ ਬਾਅਦ ਫਿਰ ਉਹ ਤੁਹਾਡੀ ਸਿਲੈਕਸ਼ਨ ਕਰੂਗੇ, ਉਹਨਾਂ ਦੇ ਵਿੱਚੋਂ ਸ਼ਾਰਟ ਲਿਸਟ ਕਰਕੇ। ਜਿਹੜੇ ਫਿਰ ਸਿਲੈਕਸ਼ਨ ਹੋ ਗਈ ਜਿਨ੍ਹਾਂ ਦੀ, ਉਹਨਾਂ ਨੂੰ ਫਿਰ ਉਹ ਪ੍ਰੋਪਰ ਟ੍ਰੇਨਿੰਗ ਦਊਗੇ ਤਾਂ ਕਿ ਜਿਹੜੀਆਂ ਤੁਸੀਂ ਉਹਨਾਂ ਦੀ ਇੰਡਸਟਰੀ ਦੇ ਵਿੱਚ ਕੰਮ ਕਰ ਸਕੋ। ਉਹ ਇੰਡਕਸ਼ਨ ਟ੍ਰੇਨਿੰਗ ਹੋ ਸਕਦੀ ਆ, ਉਹ ਜਿਹੜੀ ਆ ਔਨ ਦੀ ਜੌਬ ਟ੍ਰੇਨਿੰਗ ਹੋ ਸਕਦੀ ਆ, ਉਹ ਪ੍ਰਮੋਸ਼ਨ ਟ੍ਰੇਨਿੰਗ ਹੋ ਸਕਦੀ ਆ, ਰਿਫਰੈਸ਼ਰ ਟ੍ਰੇਨਿੰਗ ਹੋ ਸਕਦੀ ਹੈ। ਰਿਫਰੈਸ਼ਰ ਟ੍ਰੇਨਿੰਗ ਹੁੰਦੀ ਆ ਜਿਹੜੇ ਵਰਕਰ ਪਹਿਲੇ ਕੰਮ ਕਰਦੇ ਪਏ ਆ ਔਰ ਟੈਕਨੋਲੋਜੀ ਨਵੀਂ ਆ ਗਈ, ਆਪਾਂ ਪੁਰਾਣੇ ਬੰਦਿਆਂ ਨੂੰ ਨਹੀਂ ਕੱਢਣਾ, ਲੇਕਿਨ ਆਪਾਂ ਉਹਨਾਂ ਨੂੰ ਜਿਹੜੇ ਪੁਰਾਣੇ ਹੋ ਗਏ ਉਹਨਾਂ ਨੂੰ ਔਨ ਦੀ ਜੌਬ ਟ੍ਰੇਨਿੰਗ ਦੇਵਾਂਗੇ। ਜਿਹੜੇ ਸੇਮ ਵੀ ਹੈ ਬੰਦੇ, ਸੇਮ ਕੰਮ ਕਰਦੇ ਥੋੜ੍ਹੇ ਜਿਹੇ ਬੋਰ ਹੋ ਗਏ ਆ, ਉਹਨਾਂ ਨੂੰ ਫਿਰ ਆਪਾਂ ਰਿਫਰੈਸ਼ਰ ਟ੍ਰੇਨਿੰਗ ਦਿੰਦੇ ਹਾਂ, ਥੋੜ੍ਹਾ ਜਿਹਾ ਚੇਂਜ ਹੋ ਜਾਂਦਾ ਐਟਮੋਸਫੀਅਰ। ਸੇਫਟੀ ਟ੍ਰੇਨਿੰਗ ਦੇਵਾਂਗੇ, ਠੀਕ ਹੈ। ਇਸ ਤਰ੍ਹਾਂ ਦੀਆਂ ਆਪਾਂ ਅਪਰੇਂਟਿਸਸ਼ਿਪ ਟ੍ਰੇਨਿੰਗ ਦੇਵਾਂਗੇ, ਆਫ ਦੀ ਜੌਬ ਟ੍ਰੇਨਿੰਗ ਦੇਵਾਂਗੇ, ਲੈਕਚਰ, ਕਾਨਫਰੰਸਿਸ, ਸੈਮੀਨਾਰ, ਰੋਲ ਪਲੇਇੰਗ, ਬ੍ਰੇਨਸਟੋਰਮਿੰਗ, ਇਹ ਸਾਰਾ ਆਪਾਂ ਉਹਦੇ ਮੁਤਾਬਕ ਕਰਾਂਗੇ। ਨੈਕਸਟ ਸਾਡੇ ਕੋਲ ਆ ਜਾਂਦਾ ਫਾਈਨੈਂਸ਼ੀਅਲ ਮੈਨੇਜਮੈਂਟ। ਕੰਸੈਪਟ ਆਫ ਫਾਈਨੈਂਸ਼ੀਅਲ ਮੈਨੇਜਮੈਂਟ ਕੀ ਹੈ, ਕਿਉਂਕਿ ਪੈਸੇ ਤੋਂ ਬਿਨਾਂ ਕੰਮ ਨਹੀਂ ਚੱਲਣਾ। ਜੋ ਵੀ ਇੰਡਸਟਰੀ 'ਚ ਹੋਣਾ ਉਹ ਸਾਰਾ ਫਾਈਨੈਂਸ਼ੀਅਲ ਜਿਹੜਾ ਇਨਵੋਲਵ ਹੋਣਾ, ਤਾਂ ਉਹਦੇ ਲਈ ਸਾਡਾ ਮੇਨ ਆਬਜੈਕਟਿਵ ਕੀ ਹੈਗਾ ਫਾਈਨੈਂਸ਼ੀਅਲ ਮੈਨੇਜਮੈਂਟ ਦਾ, ਕਿਸ ਤਰ੍ਹਾਂ ਮੈਨੇਜ ਕਰਨਾ। ਪ੍ਰੋਫਿਟ ਮੈਕਸੀਮਾਈਜੇਸ਼ਨ, ਰਿਟਰਨ ਮੈਕਸੀਮਾਈਜੇਸ਼ਨ, ਵੈਲਥ ਮੈਕਸੀਮਾਈਜੇਸ਼ਨ। ਵੈਲਥ ਵੀ ਆਪਾਂ ਪੈਸੇ ਨੂੰ ਕਹਿੰਦੇ ਹਾਂ। ਸੋ ਗੋਲ ਆਫ ਪ੍ਰੋਫਿਟ ਮੈਕਸੀਮਾਈਜੇਸ਼ਨ, ਜਿੰਨਾ ਵੀ ਪ੍ਰੋਫਿਟ ਆ ਸਾਡਾ ਉਹ ਵੱਧ ਤੋਂ ਵੱਧ ਹੋਣਾ ਚਾਹੀਦਾ। ਰਿਟਰਨ ਵੀ ਸਾਨੂੰ ਵੱਧ ਤੋਂ ਵੱਧ ਆਉਣੀ ਚਾਹੀਦੀ ਹੈ ਤਾਂ ਕਿ ਸਾਡੀ ਕੈਪੀਟਲ ਗੇਨ ਜਾਂ ਕੈਪੀਟਲ ਜਾਂ ਵੈਲਥ ਮੈਕਸੀਮਾਈਜੇਸ਼ਨ ਹੋਵੇ। ਫੰਕਸ਼ਨ ਕੀ ਆ ਫਾਈਨੈਂਸ਼ੀਅਲ ਮੈਨੇਜਮੈਂਟ ਦੇ? ਮੇਨ ਫੰਕਸ਼ਨ ਉਹੀ ਰਹਿਣੇ ਆ। ਫਾਈਨੈਂਸ਼ੀਅਲ ਮੈਨੇਜਮੈਂਟ ਆ, ਫਾਈਨੈਂਸ਼ੀਅਲ ਪਲੈਨਿੰਗ ਹੋ ਜਾਏਗਾ, ਫਾਈਨੈਂਸ਼ੀਅਲ ਡਿਸੀਜ਼ਨ ਹੋ ਜਾਊਗੇ, ਕਿਹੜਾ ਇਨਵੈਸਟਮੈਂਟ ਕਦੋਂ ਕਰਨੀ ਆ, ਕਿੱਥੇ ਕਰਨੀ ਆ, ਕਿੰਨੀ ਕਰਨੀ ਆ, ਇਨਵੈਸਟਮੈਂਟ ਫੰਡਸ ਕਿੱਥੇ ਕਰਨੇ ਆ, ਮੇਨਟੇਨ ਆਫ ਪ੍ਰੋਪਰ ਲਿਕੁਇਡਿਟੀ ਹੁੰਦਾ ਜਿਹੜਾ ਫਲੋ ਪੈਸਾ ਅਕਾਊਂਟ ਦੇ ਵਿੱਚ ਪਿਆ, ਡਿਵੀਡੈਂਡ ਡਿਸੀਜ਼ਨ, ਐਵੈਲੂਏਸ਼ਨ ਆਫ ਫਾਈਨੈਂਸ਼ੀਅਲ ਪਰਫਾਰਮੈਂਸ। ਸੋ ਇਸ ਤਰ੍ਹਾਂ ਦੇ ਜਿਹੜੇ ਇਨਵੈਸਟਮੈਂਟ ਡਿਸੀਜ਼ਨ ਲੈਣੇ, ਫਾਈਨੈਂਸ਼ੀਅਲ ਡਿਸੀਜ਼ਨ ਲੈਣੇ ਆ, ਡਿਵੀਡੈਂਡ ਡਿਸੀਜ਼ਨ ਲੈਣੇ ਆ, ਇਹ ਸਾਰੇ ਜਿਹੜੀਆਂ ਕੁਛ ਇੰਪੋਰਟੈਂਟ ਕਨਸੈਪਟਸ ਹੈਗੇ। ਕੈਪੀਟਲ, ਇਹ ਮਨੀ ਇਨਵੈਸਟਡ ਇਨ ਦੀ ਬਿਜ਼ਨਸ ਇਜ਼ ਕਾਲਡ ਕੈਪੀਟਲ। ਕੈਪੀਟਲ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਫਿਕਸਡ ਕੈਪੀਟਲ ਹੁੰਦਾ ਹੈ, ਜਿਸ ਤਰ੍ਹਾਂ ਲੈਂਡ, ਬਿਲਡਿੰਗ, ਟੂਲਸ, ਆਫਿਸ, ਫਰਨੀਚਰ, ਜਿਹੜੇ ਇੱਕ ਵਾਰੀ ਆਪਾਂ ਨੇ ਇਨਵੈਸਟ ਕਰ ਦਿੱਤਾ, ਦੈਟ ਇਜ਼ ਫਿਕਸਡ ਕੈਪੀਟਲ। ਇੱਕ ਹੁੰਦੀ ਵਰਕਿੰਗ ਕੈਪੀਟਲ। ਵਰਕਿੰਗ ਕੈਪੀਟਲ ਜੇ ਰਾ ਮਟੀਰੀਅਲ ਪਰਚੇਜ਼ ਕਰਨਾ, ਪੇਮੈਂਟ ਕਰਨੀਆਂ, ਸੈਲਰੀਜ਼ ਦੇਣੀਆਂ, ਇੰਟਰਸਟ ਟੂ ਲੈਂਡਰ, ਐਡਵਰਟਾਈਜ਼ਮੈਂਟ, ਸੈਲਿੰਗ ਐਕਸਪੈਂਸਿਸ, ਇਹ ਸਾਰੇ ਜਿਹੜੇ ਆ ਸਾਡੇ ਕੋਲ ਵਰਕਿੰਗ ਕੈਪੀਟਲ ਆਏਗੀ। ਔਰ ਵਰਕਿੰਗ ਕੈਪੀਟਲ ਦੇ ਸੋਰਸ ਕੀ ਹੈਗੇ ਆ? ਜਿਹੜਾ ਵੀ ਤੁਹਾਡਾ ਪ੍ਰੋਫਿਟ ਆ ਉਹਦੇ ਵਿੱਚੋਂ ਕੁਛ ਬਚਾ ਕੇ ਰੱਖਣਾ। ਅਦਰ ਇਨਕਮ ਸੱਚ ਐਜ਼ ਫਰਮ ਡਿਵੀਡੈਂਡ, ਟ੍ਰਾਂਸਫਰ ਫੀਸ, ਡੋਨੇਸ਼ਨ, ਇੰਟਰਸਟ ਫਰਮ ਇਨਵੈਸਟਮੈਂਟ ਹੋ ਜਾਏਗਾ। ਸੇਲ ਆਫ ਨਾਨ ਕਰੰਟ
ਐਸੈਟਸ, ਲੌਂਗ ਟਰਮ ਬੋਰੋਇੰਗ, ਇਸ਼ੂ ਆਫ ਐਡੀਸ਼ਨਲ, ਆਪਾਂ ਲੋਨ ਲੈ ਲੈਣਾ ਬੈਂਕਾਂ ਤੋਂ, ਲਿਮਿਟ ਬਣਾ ਲੈਣੀ ਆ, ਇਹ ਸਾਰੇ ਆਪਾਂ ਕੈਪੀਟਲ ਬਜਟਿੰਗ ਆ ਜਾਏਗੀ। ਕੈਪੀਟਲ ਬਜਟਿੰਗ ਦੇ ਵਿੱਚ ਬਜਟ ਬਣਾਈਦਾ, ਇਨਕਮ ਐਕਸਪੈਂਡੀਚਰ ਸਟੇਟਮੈਂਟ ਬਣਾ ਲਈਦੀ ਹੈ, ਜਿੰਨੀ ਸਾਡੀ ਇਨਕਮ ਆ ਔਰ ਜਿੰਨਾ ਐਕਸਪੈਂਡੀਚਰ ਆ। 3 ਮਹੀਨੇ ਬਾਅਦ ਆਪਾਂ ਟ੍ਰਾਇਲ ਬੈਲੈਂਸ ਸ਼ੀਟ ਬਣਾਉਂਦੇ ਆ, ਸਾਲ ਬਾਅਦ ਆਪਾਂ ਬੈਲੈਂਸ ਸ਼ੀਟ ਬਣਾਵਾਂਗੇ। ਠੀਕ ਹੈ ਜੀ। ਇਹ ਜਿਹੜੇ ਤੁਹਾਡੇ ਸਿਲੇਬਸ ਦੇ ਮੁਤਾਬਕ ਜਿਹੜਾ ਤਕਰੀਬਨ ਜਿਹੜਾ ਪਹਿਲਾ ਚੈਪਟਰ ਆ ਉਹ ਇੱਕ ਪਾਰਟ ਉਹਦਾ ਹੋ ਗਿਆ। ਦੈਨ ਸੈਕੰਡ ਪਾਰਟ ਆਪਾਂ ਨੈਕਸਟ ਜਿਹੜਾ ਵੀਡੀਓ ਉਹਦੇ ਵਿੱਚ ਆਪਾਂ ਸ਼ੇਅਰ ਕਰਾਂਗੇ। ਠੀਕ ਹੈ ਜੀ। ਵੀਡੀਓ YouTube ਦੇ ਉੱਤੇ ਇਹ ਵੀਡੀਓ ਜਿਹੜੀ ਆ ਸ਼ੇਅਰ ਹੋਏਗੀ। ਤੁਸੀਂ YouTube ਤੇ ਇਹਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਦੇ ਵਿੱਚ ਕੋਈ ਤੁਹਾਨੂੰ ਡਾਊਟ ਹੈ ਤਾਂ ਤੁਸੀਂ ਆਪਣੇ ਕਮੈਂਟਸ ਦੇ ਸਕਦੇ ਆ, ਤਾਂ ਜਿਹੜੇ ਵੀ ਡਾਊਟ ਹੈ ਮੈਂ ਨੈਕਸਟ ਵੀਡੀਓ ਦੇ ਵਿੱਚ ਕਲੀਅਰ ਕਰਾਂਗਾ। ਥੈਂਕ ਯੂ।